ਤੇ ਜਿਹੜਾ ਸਭ ਤੋਂ ਵੱਡਾ ਪ੍ਰੈਸ਼ਰ ਪੁਆਇੰਟ ਸੀ, ਟ੍ਰੇਨਾਂ ਰੋਕੀਆਂ ਸੀ। ਅੱਜ ਉਹਨਾਂ ਟ੍ਰੇਨਾਂ ਨੂੰ ਚਲਾਉਣ ਖਾਤਰ ਅਸੀਂ ਸਰਕਾਰ ਦੀਆਂ ਮਿੰਨਤਾਂ ਕਰਨ ਲੱਗੇ। ਜਦੋਂ ਐਡਾ ਵੱਡਾ ਪ੍ਰੈਸ਼ਰ ਪੁਆਇੰਟ ਬਣਿਆ ਤੇ ਉਸ ਪ੍ਰੈਸ਼ਰ ਪੁਆਇੰਟ ਤੋਂ ਪਿੱਛੇ ਸਰਕਾਰ ਨੇ ਹਟਣਾ ਸੀ ਕਿ ਸੰਘਰਸ਼ੀ ਧਿਰ ਨੇ ਹਟਣਾ ਸੀ। ਲੜਾਈ ਤਾਂ ਇੱਥੇ ਹੀ ਆ, ਪਰ ਅਸੀਂ ਪਿੱਛੇ ਹਟ ਗਏ। ਕਿਸਾਨ ਜਥੇਬੰਦੀਆਂ ਪਿੱਛੇ ਹਟ ਗਈਆਂ, ਕਹਿੰਦੀਆਂ ਚਲਾਓ ਜੀ ਟ੍ਰੇਨਾਂ, ਯੂਰੀਆ ਚਾਹੀਦਾ ਲੋਕਾਂ ਨੂੰ। ਜਿਹੜੇ ਪੰਜਾਬ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੁੰਦੇ ਆ, ਜਿਹੜੇ ਇਸ ਗੁਲਾਮੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਆ, ਜਿਹੜੇ ਸੰਘਰਸ਼ੀ ਬੰਦੇ ਸਾਡੇ, ਉਹ ਤਾਂ ਆ ਜਾਣ। ਆਓ ਫਤਿਹ ਦੀ ਸਾਂਝ ਪਾਈਏ। ਫਤਿਹ ਤੋਂ ਬਿਨਾ ਗੱਲ ਜੀ ਨਹੀਂ ਬਣਦੀ। ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਮਨ 'ਚ ਜਿਹੜੀ ਗੱਲ ਚੱਲ ਰਹੀ ਸੀ, ਹੁਣੇ ਬੈਠੇ 10ਵੇਂ ਪਾਤਸ਼ਾਹ ਦੀ ਗੱਲ ਚੱਲ ਰਹੀ ਸੀ। ਜਦੋਂ 10ਵੇਂ ਪਾਤਸ਼ਾਹ ਨੇ ਵਾਕ ਉਚਾਰਿਆ ਸੀ, ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਸੋ ਅਸੀਂ ਉਸੇ ਉਹਨਾਂ ਦੇ ਉਚਾਰੇ ਹੋਏ ਵਾਕ ਤੋਂ ਅੱਜ ਜਦੋਂ ਸਾਡੇ 6 ਵੱਜੀ ਆ, ਅਸੀਂ ਤਾਂ ਹੀ ਇਕੱਠੇ ਹੋਏ ਆ, ਤਾਂ ਹੀ ਸੰਘਰਸ਼ ਵਿੱਢਿਆ। ਇੱਕ ਮੁਸਲਮਾਨ ਕਵੀ ਸੀ ਅੱਲਾ ਯਾਰ ਖਾਂ ਯੋਗੀ, ਉਹਨਾਂ ਨੇ ਲਿਖਿਆ, करतार की सौगंध है, नानक की कसम है, जितनी भी तारीफ करूं गुरु गोविंद की कम है। हर चंद मेरे हाथ में पुरजोर कलम है, सतगुरु के लिखूं वसब कहां ताबे रकम है। उस सतगुर दे भी मेरे हाथ च एडी वड्डी कलम आ ते कलम दा मैं धनी आ, पर उस सतगुर दे मैं वसब लिखदा, उन्हां दे बारे कुछ लफ्ज लिखदा। ये मेरे वास्ते पॉसिबल नहीं है। उन्हां लई उन्हें ये गल मन्नी भी वो शख्सियत बारे कुछ मैं लिख सकां या दस सकां, ये मेरे तो भी परां दी गल आ। ते असीं उस श्री गुरु गोबिंद साहब दे उन्हां दे पुत्तर हां। ये गल असीं वसारती आ अंदरों, किते ये गल्लां ही रह गईयां। ये गल क्यों कर रहे हैं, आपां इत्थे आउणे आ। गुरु तो बेमुख होए बैठे हैं सारे, बिचे मैं। इसे करके साडे अंदर जेड़े समझौते, डर, सोधा, रियायतां, या यार गल नूं विचार के जे करो, कोई बिच आए ना होवे। डर किड्डा वड्डा साडे मनां च। हुण डर मैं क्यों गल कर रहा है, एक संघर्ष विढ़िया गया। संघर्ष 50 दिन हो गए अज मोर्चे लगे नूं भी, आपां भी उसे संघर्ष दे विच इकट्ठे होए आ। किते असीं धरने लाए, मोर्चे लाए, ट्रेनां रोकियां, मॉलां दे घरा कीते, उत्थे वो बंद कराए। ये सारा मकसद की हुंदा? ये मकसद यही आ भी सरकार ते एक प्रैशर बिल्ड करना हुंदा, एक प्रैशर पॉइंट्स हुंदे आ ये, और एक दिन च प्रैशर नहीं बिल्ड होना हुंदा। प्रैशर 20 दिनां च, 30 दिनां च, महीने 2 महीनों च बिल्ड हुंदा। ते वो प्रैशर गेम आ हुण भी सरकार हिलदी आ कि असीं हिलदे आ, हू ब्लिंक्स फर्स्ट। अज उस संघर्ष का असीं हिस्सा किसानी दे खातर असीं संघर्ष लाई बैठे हाँ, सिर जोड़ के बैठे हाँ। ते जिहड़ा सब तो वड्डा प्रैशर पॉइंट सी, ट्रेनां रोकियां सी, अज उन्हां ट्रेनां नूं चलाउण खातर असीं सरकार दीयां मिन्नतां करन लग गए। हुण जदों एडा वड्डा प्रैशर पॉइंट बनिया ते उस प्रैशर पॉइंट तो पिछे सरकार ने हटना सी कि संघर्षी धिर ने हटना सी। लड़ाई तो इत्थे ही आ, पर असीं पिछे हट गए। किसान जथेबंदियां पिछे हट गईयां, कहिंदियां चलाओ जी ट्रेनां, यूरिया चाहिदा लोकां नूं। इत्थे होर मिलटरी कोले समान नहीं आउंदा। फिर जे असीं दिल्ली ते आपदी निर्भरता रख के संघर्ष लड़ांगे, फिर कित्थों लड़ लांगे? दिल्ली नाल तां असीं लड़ाई लड़ी जाने आ, उन्हां नाल तां साडी दुश्मनी आ, ते दिल्ली ते निर्भरता उन्हां दे मोढियां ते चढ़ के संघर्ष लड़ांगे असीं। जदों
ਸੰਘਰਸ਼ ਲੜੇ ਜਾਂਦੇ ਆ, ਕੋਈ ਲੜਾਈ ਵਿੱਢੀ ਜਾਂਦੀ ਆ, ਉੱਥੇ ਛੋਟੇ ਮੋਟੇ ਨੁਕਸਾਨ ਝੱਲਣੇ ਪੈਂਦੇ ਆ। 18ਵੀਂ ਸਦੀ 'ਚ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਤੇ ਛੋਲੇ ਖਾ ਕੇ ਗੁਜ਼ਾਰਾ ਕੀਤਾ ਸੀ, ਤਾਂ ਰਾਜ ਮਿਲਿਆ। ਅੱਜ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਆ ਤੇ ਅਸੀਂ ਕਹੀਏ ਚਲਾ ਲਈਏ ਟ੍ਰੇਨਾਂ ਜੀ, ਕੋਈ ਨਹੀਂ, ਅਸੀਂ ਇੱਥੋਂ ਵੀ ਉੱਠ ਖੜਦੇ ਹਾਂ। ਹੋਰ ਦੇਖ ਲਓ ਹੁਣ ਕੋਈ ਪ੍ਰੈਸ਼ਰ ਪੁਆਇੰਟ ਕਿਹੜਾ ਰਿਹਾ? 26-27 ਤੋਂ ਬਿਨਾਂ ਹੋਰ ਕੋਈ ਗੱਲ ਕਰ ਰਹੇ ਆ ਇਸ ਸੰਘਰਸ਼ 'ਚ ਆਪਾਂ ਵੀ ਚਲੋ 26-27 ਨੂੰ ਚੱਲਦੇ ਆ, ਇਹ ਤੋਂ ਬਿਨਾਂ ਤਾਂ ਸਾਡੇ ਕੋਲੇ ਕੋਈ ਗੱਲ ਨਹੀਂ ਰਹੀ। ਜਿਹੜੇ ਅਸੀਂ ਟੋਲ ਰੋਕੀ ਬੈਠੇ ਆ, ਇਹ ਤਾਂ ਟ੍ਰੈਫਿਕ ਤਾਂ ਉਵੇਂ ਹੀ ਚੱਲੀ ਜਾਂਦਾ ਨਾ, ਸਰਕਾਰ ਤੇ ਤਾਂ ਇਹਦਾ ਕੋਈ ਪ੍ਰੈਸ਼ਰ ਨਹੀਂ। ਤੇ ਜਿਹੜੇ ਜਿਨ੍ਹਾਂ ਨੂੰ ਠੇਕੇ ਮਿਲੇ ਆ ਉਹਨਾਂ ਨੂੰ ਉਹਨਾਂ ਕੁ ਟਾਈਮ ਵਧਾ ਦੇਣਗੇ। ਸੋ ਹੁਣ ਸਾਡਾ ਫਰਜ਼ ਕੀ ਬਣਦਾ? ਗੱਲ ਆਏ ਆ ਵੀ ਪੰਜਾਬ ਫੈਸਲਾ ਕਰਨ ਲੜਾਈ ਲੜ ਰਿਹਾ, ਔਰ ਬਾਬਾ ਦੀਪ ਸਿੰਘ ਵਾਲੀ ਜਿਹੜੀ ਲਕੀਰ ਖਿੱਚੀ ਗਈ ਖੰਡੇ ਨਾਲ, ਹੁਣ ਤੁਸੀਂ ਵੇਖ ਲਓ ਟੱਪਣੀ ਆ ਕਿ ਨਹੀਂ ਟੱਪਣੀ। ਜਿਹੜੇ ਡਰਦੇ ਆ ਉਹ ਬਹਿ ਜਾਓ ਦੂਜੇ ਪਾਸੇ, ਜਿਨ੍ਹਾਂ ਨੇ ਅਸਲ ਆ ਜਿਹੜੇ ਉਹ ਟੱਪਣਗੇ। ਫਿਰ ਗੱਲ ਅਸੀਂ ਖੁਦ ਮੁਖਤਿਆਰੀ ਦੀ ਕਰ ਰਹੇ ਹਾਂ, ਖੁਦ ਮੁਖਤਿਆਰ ਹੋਣ ਦੀ ਕਰ ਰਹੇ ਹਾਂ। ਖੁਦ ਮੁਖਤਿਆਰੀ ਕੀ ਆ? ਵੀ ਸਾਡੇ ਫੈਸਲੇ ਅਸੀਂ ਆਪ ਕਰੀਏ ਨਾ। ਸਾਡੇ ਫੈਸਲੇ ਕੋਈ ਬਿਹਾਰ ਤੋਂ ਚੁਣਿਆ ਹੋਇਆ, ਕੋਈ ਯੂਪੀ ਤੋਂ ਚੁਣਿਆ ਹੋਇਆ, ਕੋਈ ਬਨਾਰਸ ਤੋਂ ਚੁਣਿਆ ਹੋਇਆ ਉੱਥੇ ਪਾਰਲੀਮੈਂਟ 'ਚ ਬੈਠ ਕੇ ਕਰੀ ਜਾਵੇ ਬੰਦਾ, ਫਿਰ ਅਸੀਂ ਆਜ਼ਾਦ ਕਿੱਥੇ ਆ? ਅਸੀਂ ਖੁਦ ਮੁਖਤਿਆਰ ਕਿੱਥੇ ਆ? ਉਦੋਂ ਤੱਕ ਸਾਡਾ ਭਲਾ ਕਦੇ ਹੋ ਸਕਦਾ ਵੀ ਜਦੋਂ ਤੱਕ ਸਾਡੇ ਫੈਸਲੇ ਉਹ ਦਿੱਲੀ 'ਚ ਬਹਿ ਕੇ ਲੈਣ। 73 ਸਾਲ ਸੋਧਾਂ ਤੇ ਰਿਆਇਤਾਂ ਦੀ ਲੜਾਈ ਲੜੀ ਆ ਨਾ, ਤੇ ਅੱਜ ਇੱਥੇ ਬੈਠੇ ਆ। ਅੱਜ ਗੱਲ ਕਿੱਥੇ ਆ ਗਈ? ਪੰਜਾਬ ਦੀ ਹੋਂਦ ਤੇ ਆ ਗਈ ਗੱਲ। ਸੋ ਹੁਣ ਕਿੰਨੀ ਕੁ ਦੇਰ ਡਰੀ ਜਾਵਾਂਗੇ? ਕਿੰਨੀ ਕੁ ਦੇਰ? ਅੱਜ ਮੈਂ ਬੰਬੇ ਛੱਡ ਕੇ ਇੱਥੇ ਆ ਗਿਆ ਨਾ, ਹੋ ਸਕਦਾ ਇਦੋਂ ਵੀ ਥੱਲੇ ਜਾਣਾ ਪੈ ਜੇ, ਹੋ ਸਕਦਾ ਜੇਲ੍ਹਾਂ 'ਚ ਜਾਣਾ ਪੈ ਜੇ। ਮੈਂ ਤਿਆਰ ਹਾਂ ਇਸ ਖਾਤਰ, ਤੁਹਾਨੂੰ ਤਿਆਰ ਹੋਣਾ ਪਊਗਾ। ਇੱਥੇ ਜੇ ਆਪਾਂ ਬੈਠੇ ਆ ਅੱਜ, ਤੁਸੀਂ ਇਹ ਦੇਖੋ, ਇਹ ਤੁਸੀਂ ਇੱਕ ਬੰਦਾ, ਅਸੀਂ ਇਹ ਮੰਨਦੇ ਹਾਂ ਵੀ ਇੱਕ ਬੰਦਾ 10 ਵਰਗਾ ਇੱਥੇ ਆਇਆ, ਤੁਹਾਡੇ ਮੋਢਿਆਂ ਤੇ ਵੀ ਜ਼ਿੰਮੇਵਾਰੀ ਬਹੁਤ ਵੱਡੀ ਆ, ਔਰ ਉਸ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਆ ਜੇ ਤੁਹਾਨੂੰ, ਤਾਂ ਸਾਡਾ ਫਿਰ ਇਕੱਠੇ ਹੋਇਆਂ ਦਾ ਸੰਘਰਸ਼ ਬੈਠਿਆਂ ਦਾ ਉਹ ਉਹਦਾ ਹੀਲਾ ਨਹੀਂ ਹੋਣਾ। ਅੱਗੇ ਕੋਈ ਮਤਲਬ ਨਹੀਂ ਆ ਵੀ ਅਸੀਂ ਇਕੱਠੇ ਹੋ ਕੇ ਬਹਿ ਜਾਈਏ। ਫਿਰ ਗੱਲ ਤਾਂ ਜਗਾਉਣ ਦੇ ਨਾਲ ਨਾਲ ਉਹ ਜ਼ਿੰਮੇਵਾਰੀ ਦਾ ਅਹਿਸਾਸ ਵੀ ਸਾਨੂੰ 73 ਸਾਲ ਗੁਲਾਮੀ 'ਚ ਰੱਖਿਆ। ਹੁਣ ਇਹਨੂੰ ਕੌਂਸਟੀਟਿਊਸ਼ਨ ਦੇ ਡੋਮੇਨ 'ਚ ਰਹਿ ਕੇ ਗੱਲਾਂ ਕਰ ਲਾਂ ਮੈਂ, ਬੜੀਆਂ ਟੈਕਨੀਕਲ ਗੱਲਾਂ ਕਰ ਲਾਂ, ਉਹ ਵੀ ਕਰ ਸਕਦਾ, ਪਰ ਅਸਲ 'ਚ ਜਦੋਂ ਤੁਹਾਡੇ ਫੈਸਲੇ ਹੀ ਤੁਸੀਂ ਨਾ ਲੈ ਰਹੇ ਹੋ ਤਾਂ ਤੁਸੀਂ ਗੁਲਾਮ ਹੋ। ਗੱਲ ਤਾਂ ਇੱਥੇ ਹੀ ਆ ਨਾ। ਸੋ ਖੁਦ ਮੁਖਤਿਆਰੀ ਦੀ ਇਦੋਂ ਬਿਨਾਂ ਸਾਡੇ, ਅਸੀਂ ਕਹਿ ਲਈਏ ਵੀ ਆਹ ਦੇਖ ਲਓ, ਅੱਜ ਸੁੱਖ ਬੋਲ ਕੇ ਗਿਆ ਵੀ 499 ਰੁਪਈਆਂ 'ਚ ਬਹੁਤ ਕੁਝ ਪਿਆ, ਕੋਈ ਰਿਸ਼ਵਤ ਲਈ ਜਾਂਦਾ, ਕਿਤੇ ਕੋਈ ਪੁਲਿਸ ਵਾਲਾ ਧੱਕਾ ਕਰੀ ਜਾਂਦਾ। ਇਹ ਗੱਲਾਂ ਤਾਂ ਬਹੁਤ ਛੋਟੀਆਂ, ਇਸ ਕਰਕੇ ਲੋਕਾਂ ਦਾ ਕਸੂਰ ਨਹੀਂ ਆ, ਤੁਹਾਨੂੰ ਉਲਝਾਇਆ ਹੀ ਇੱਥੇ ਜਾਂਦਾ। ਅਸਲ ਸਿਆਸਤ ਕੀ ਆ? ਇਹ ਰਾਜ ਕਿਵੇਂ ਕਰ ਰਹੇ ਆ? ਇਹਨਾਂ ਦੀ ਵਿਚਾਰਧਾਰਾ ਦੇ ਪਿੱਛੇ ਕੀ ਚੀਜ਼ ਕੰਮ ਕਰ ਰਹੀ ਆ? ਉਹ ਮਾਨਸਿਕਤਾ ਕੀ ਆ? ਉੱਥੋਂ ਤੱਕ ਤਾਂ ਸੋਚਣ ਹੀ ਨਹੀਂ ਦਿੰਦੇ। ਉਹ ਲੀਡਰਸ਼ਿਪ ਪੈਦਾ ਹੁੰਦੀ ਆ ਸੋਸ਼ਲ ਮੀਡੀਆ ਤੋਂ। ਇੱਕ ਅੱਧਾ ਬੰਦਾ ਫੇਸਬੁੱਕ ਤੇ ਬੋਲਣ ਲੱਗ ਜਾਂਦਾ, ਉਧਰ ਨੂੰ ਹੀ ਹੋ ਜਾਂਦੇ ਆ ਪਤੰਦਰ ਵੀ ਯਾਰ ਆਹ ਬੰਦਾ ਬੜਾ ਕਾਇਮ ਆ। ਅੱਛਾ, ਉਧਰ ਨੂੰ ਹੋ ਜਾਂਦੇ ਆ। ਉਹ ਲੀਡਰਸ਼ਿਪ ਜਿਹੜੀ ਸੋਸ਼ਲ ਮੀਡੀਆ ਵਾਲੀ ਲੀਡਰਸ਼ਿਪ ਆ, ਉਹਨਾਂ ਤੇ ਅਸੀਂ ਧਿਜਣ ਲੱਗ ਗਏ। ਤੇ ਜਿਹੜੇ ਸਾਡੇ ਥਿੰਕਰਸ, ਜਿਹੜੇ ਸਾਡੇ ਸੰਘਰਸ਼ੀ ਬੰਦੇ ਬੈਠੇ ਆ, ਜਿਹੜੇ ਸਾਡੇ ਇੰਟੈਲੈਕਚੁਅਲਸ ਬੈਠੇ ਆ, ਉਹਨਾਂ ਨੂੰ ਕਦੇ ਸੁਣਿਆ ਹੀ ਨਹੀਂ ਕਿਸੇ ਨੇ। ਇੱਥੇ ਗਲੀਆਂ ਨਾਲੀਆਂ ਦੀ ਪੋਲੀਟਿਕਸ ਵਾਲੀ ਗੱਲ ਜਾਂ ਰਿਸ਼ਵਤਖੋਰੀ ਵਾਲੀ ਗੱਲ ਕਰ ਲੈਣਗੇ, ਜਾਂ ਇੱਥੇ 4 ਗੱਲਾਂ। ਅਸੀਂ ਅੱਜ ਦਾ ਮਕਸਦ ਹੀ ਇਹ ਸੀ ਵੀ ਇੱਕ ਆਈਡੀਆ ਥਰੋ ਕਰੀਏ ਆਪਾਂ। ਅੱਜ ਉਹ ਬੜਾ ਅਬਸਟਰੈਕਟ ਲੱਗਦਾ, ਐਂ ਲੱਗਦਾ ਹਵਾ 'ਚ ਗੱਲਾਂ। ਜਦੋਂ ਕਦੇ ਆਈਡੀਆਜ਼ ਥਰੋ ਕੀਤੇ ਜਾਂਦੇ ਆ ਨਾ, ਉਹ ਹਵਾ 'ਚ ਹੀ ਲੱਗਦੇ ਹੁੰਦੇ ਆ ਵੀ ਯਾਰ ਹੋਣਾ ਤਾਂ ਹੈ ਨਹੀਂ, ਪਰ ਉਹਨੇ ਜੜ ਫੜ ਲੈਣੀ ਹੁੰਦੀ ਆ। ਇਹ ਗੱਲ ਅੱਜ ਤੁਹਾਡੇ ਸਾਰਿਆਂ ਦੇ ਸਮਝ 'ਚ ਆਉਣੀ ਬਹੁਤ ਜ਼ਰੂਰੀ ਸੀ। ਆ ਬਖਸ਼ੀਸ਼ ਬਾਈ ਬੈਠੇ ਆ, ਤਲਵਾੜਾ ਬਾਈ ਬੈਠੇ ਆ ਇੱਥੇ। ਇਹ ਸੰਘਰਸ਼ੀ ਬੰਦਿਆਂ ਨੇ ਕੌਮ ਖਾਤਰ ਆਪਦੀਆਂ ਜ਼ਿੰਦਗੀਆਂ, ਆਪਦੀਆਂ ਜਾਇਦਾਦਾਂ, ਆਪਦੇ ਪਰਿਵਾਰ ਦੇਤੇ, ਤੇ ਕੌਮ ਨੇ ਇਹਨਾਂ ਨੂੰ ਕੀ ਦੇਤਾ? ਮੁੜ ਕੇ ਪੁੱਛੋ ਨਾ, ਪਰਿਵਾਰਾਂ ਦੇ ਕੀ ਹਾਲ ਆ? ਸਾਂਭੇ ਆ ਅਸੀਂ?
पर सानू गल्लां बड़ियां चंगियां लगदियां जिहड़ियां असीं करदे आं भी आ जाओ दिल्ली वालिओ टप्पण नहीं दिंदे तुहानू। क्यों? क्योंकि साडी आदत पै गई सोशल मीडिया लीडरशिप क्रिएट करन दी, उन्हां दे उधर नूं उल्लरन दी। असल जड़ तां किसी चीज़ ने फड़ी नहीं। अज इकट्ठ आपां अरदास कीती, सतगुर दा ओट आसरा लिया, उदों बाद अरदास करन तो बाद इत्थे इकट्ठे होण दा मकसद सी कोई। मकसद ये नहीं सी भी आपां जिहड़ियां शख्सियतां आउण उन्हां नूं सुणिया जावे। मकसद ये तो बहुत डूंगा सी जिहड़ी मैं गल कर रहा, और मेरे तो मैं इस करके गल कर रहा, इहनूं जदों तक असीं समझांगे नहीं गल्लां नूं। मकसद आ साडी खुद मुख्तियारी दा। कई बंदियां दा बड़ा सवाल हुंदा लैनी किवें आ, इत्थे आके गल आ जांदी है भी गल सही है तेरी बाई, साडे मसले नहीं हल होने जदों तक असीं खुद मुख्तियार ना होईए। हुण लैनी किवें आ? खुद मुख्तियारी असीं कल्लिआं ने नहीं लैनी। इत्थे पहलां ये समझ लो, ये आज़ादी कल्लिआं ने नहीं लैनी। होर बहुत धिरां जिहड़ियां इस खातर लड़ी जांदियां। कश्मीर लड़ी जांदा, तमिलनाडु लड़ी जांदा, बंगाल लड़ी जांदा, महाराष्ट्र लड़ी जांदा। मैं एक इदू अगली गल ते आउणा। सानू अज लगदा भी मोदी सरकार बहुत ज़्यादा ताकतवर आ, इन्हां तो आपदे हक किवें लईए, साडे तां साडा फाह नहीं पैना। पर कोई रियासत होवे, कोई हुकूमत होवे, कोई सरकार होवे, उन्हां ते एक टाइम इहो जिहा आउंदा जदों बड़ा वीक लिंक हुंदा, तुसीं उदों सੱਟ मारनी हुंदी आ। उदों पहिलां जदों तक लैनी किवें आ दा, जे अज ही तुहानूं इहदा जवाब चाहीदा, अज तां नहीं जवाब मिलना। अज तां संघर्ष शुरू कीता, हजे तां शुरू भी नहीं होया, हजे तां दबाਅ ही नहीं पिया अपने ते, हजे तां स्टेट ने पता नहीं की कुछ करना। और स्टेट अज तक देख लो, साडे कोले हुण 26-27 आ परत्या लैने आ किसान जथेबंदियां नूं भी, आपां तां पैरा लाई बैठे आ ना, पैरादारी करी जाने उन्हां ते। जे अगले बेच गए पंजाब दे लोकां दे हित बेच गए, आपां बेनकाब कर दांगे, ये गल पक्की आ हुण। सो ये फैसला कुन लड़ाई आ, और जिंदगी मौत की लड़ाई आ। इत्थे आ जाओ तुसीं, जे साडे समझ नहीं आ रही ये गल, हजे भी नहीं आ रही, फिर जिहदे जिहदे नहीं समझ आ रही वो घरे बह जे। क्योंकि फिर हो सकदा 8 महीनों का घेरा सी आनंदपुर साहब के किले का, तो उस तो बाद 40 बंदे सी चमकौर की गढ़ी च, 40 बंदियां ने इतिहास लिखता सी, उही चाहिए आ। सो एक राहत इंदौरी साहब की नज़म आ भी खिलाफ है तो होने दो, जान थोड़ी है। खिलाफ है तो होने दो, जान थोड़ी है। ये सब धुआं है, आसमान थोड़ी है। लगेगी आग तो आएंगे कई घर जद में, यहां अकेले हमारा मकान थोड़ी ही है। ये लाइन बड़ी इंपॉर्टेंट है। इदू अगली, हमें मालूम है कि दुश्मन भी कम नहीं, पर हमारी तरह हथेली पे जान थोड़ी ही है। सो लड़ाई फैसला कुन, ये सानू भी आपदे वांगू सोच लेंदे आ भी ये उवें ही आ जिवें असीं लड़ांगे, जिवें दिल्ली च बह के ये आपदी सोच अनुसार इत्थे ही मात खा जांदे आ। अज जे पंजाब बागी होया ना, कल्ला पंजाब ही बागी आ। देख लो सद्दा दिता सी 5 तरीक का इंडिया भारत बंद का किसान जथेबंदियां ने, किते होर बंद होया पंजाब छड्ड के। सो इस गल तो ही आपां यह समझ लीए भी पंजाब ने कदे भी दिल्ली की सियासत कबूल नहीं की। सानू साजिशां नाल गुलाम रख लैणगे, पर असीं गुलामी प्रवान नहीं कर सकते। ते अज पंजाबी ये फैसला लै चुके आ। देखो ये खुद मुख्तियारी का भी एक आइडिया ही सी ना, इन्हें जड़ इहो जी फड़ ली। जदों मैं किते पिंडां च भी जाना, बाबे सवाल पुछदे आ उत्थे भी बई उस वेले जदों आज़ादी मिली आ 1947 च, जे जिन्हां ने लै ली सी तां सानू भी लै लैनी चाहिदी सी। यार गलती हो गई, ये तो बिना मसले नहीं हल होने।
ਅਸੀਂ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਵੀ ਪੰਜਾਬ ਦੀ ਪੋਲੀਟੀਕਲ ਕਲਾਸ ਆ, ਜਿਹੜੇ ਸਾਰੇ ਲੀਡਰ ਸਾਨੂੰ ਲੱਗਦਾ ਵੀ ਇਹ ਇਮਾਨਦਾਰ ਲੀਡਰ ਆ, ਉਹਨਾਂ ਨੂੰ ਇਕੱਠਾ ਕਰ ਲਈਏ, ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਅਸੀਂ ਚੋਣਾਂ ਤੇ ਲਾ ਦਈਏ, ਕੁਝ ਨਹੀਂ ਹੋਣਾ। ਜਦੋਂ ਤੱਕ ਪੰਜਾਬ ਇਹ ਗੱਲ ਨਹੀਂ ਸਮਝਦਾ ਵੀ ਹੁਣ ਅਗਲਾ ਰਾਜ ਪੰਜਾਬ ਦੇ ਲੋਕ ਕਰਨਗੇ, ਜਦੋਂ ਤੱਕ ਸਾਡਾ ਸਮਾਜਿਕ ਆਧਾਰ ਨਹੀਂ ਬਣਦਾ ਇਸ ਗੱਲ ਦਾ, ਜਦੋਂ ਤੱਕ ਖੁਦ ਮੁਖਤਿਆਰੀ ਸਮਾਜਿਕ ਆਧਾਰ ਨਹੀਂ ਬਣਾਉਂਦੀ, ਔਰ ਇਹ ਸਾਡੇ ਤੇ ਆ ਜ਼ਿੰਮੇਵਾਰੀ, ਉਦੋਂ ਤੱਕ ਰਵਾਇਤੀ ਪਾਰਟੀਆਂ ਨੇ ਇਲੈਕਸ਼ਨ ਲੜਨੇ ਆ, ਲਿਆਉਣ ਵਾਲਾ ਮੁੱਖ ਮੰਤਰੀ ਵੀ ਉਹਨਾਂ 'ਚ ਹੀ ਹੋਊਗਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਰ ਲਓ ਇਕੱਠੇ, ਦੇਖਦੇ ਆ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ, ਕਿਸੇ ਨੇ ਨਹੀਂ ਪਾਉਣੀ। ਇਸ ਕਰਕੇ ਪਹਿਲਾਂ ਅੱਜ ਦਾ ਮਕਸਦ ਇਹ ਸੀ ਵੀ ਅਸੀਂ ਇੱਕ ਆਈਡੀਆ ਥਰੋ ਕਰੀਏ, ਉਹਨੂੰ ਤੁਸੀਂ ਗ੍ਰੈਸਪ ਕਰੋ, ਉਹਦੀ ਜੜ ਲੱਗੇ, ਰਾਜ ਆਉਣ ਵਾਲਾ ਪੰਜਾਬ ਦੇ ਲੋਕ ਕਰਨ। ਤੇ ਰਾਜ ਵੀ ਕੀ ਆ, ਇਹ ਜਿਹੜੀ ਪੋਲੀਟੀਕਲ ਕਲਾਸ ਆ, ਇਹਨਾਂ ਨੂੰ ਕੱਲ ਮੈਂ ਇੱਕ ਡਿਬੇਟ 'ਚ ਕਹਿ ਕੇ ਆਇਆ ਸੀ ਵੀ ਅਗਲੀ ਪੋਲੀਟਿਕਸ ਆ ਜਿਹੜੀ ਪੰਜਾਬ ਦੀ, ਉਹ ਸਾਡੇ ਨਾਲ ਧਰਨਿਆਂ ਤੇ ਮੋਰਚਿਆਂ 'ਚ ਬੈਠਣ ਜੋਗੀ ਹੋਵੇ। ਤੁਸੀਂ ਜੇ ਚੰਡੀਗੜ੍ਹ ਵਾਲੀ ਕੋਠੀਆਂ ਵਾਲੀ ਪੋਲੀਟਿਕਸ ਕਰਨੀ ਆ, ਫਿਰ ਪੰਜਾਬ ਦਾ ਭਲਾ ਨਹੀਂ ਆ। ਹੁਣ ਤਾਂ ਸੰਘਰਸ਼ ਆ ਪੰਜਾਬ ਕੋਲੇਗਾ, ਹੋਰ ਕੋਈ ਹੱਲ ਨਹੀਂ ਆ। ਚਾਹੇ ਪੋਲੀਟੀਕਲੀ ਕਰ ਲਓ, ਚਾਹੇ ਸਮਾਜਿਕ ਕਰ ਲਓ, ਸੰਘਰਸ਼ ਤੋਂ ਬਿਨਾਂ ਜੇ ਸਾਡਾ ਭਲਾ ਹੋ ਜੇ ਤਾਂ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਨ੍ਹਾਂ ਨੇ ਪਾਵਰ ਇੰਜੋਏ ਕਰ ਲਈ, ਇਹਨਾਂ ਨੇ ਤਾਂ ਪਾਵਰ, ਇਹ ਕਰਪਟ ਹੋ ਚੁੱਕੀ ਹੈ ਜਿਨ੍ਹਾਂ ਨੇ ਪਾਵਰ ਇੰਜੋਏ ਕਰ ਲਈ। ਇਹਨਾਂ ਤੋਂ ਨਾ ਆਸ ਰੱਖਿਓ ਵੀ ਸੰਘਰਸ਼ ਕਰਨਗੇ ਸਾਡੇ ਲਈ, ਜਾਂ ਤਾਂ ਆਪਦੀ ਇੱਕ ਸੰਘਰਸ਼ੀ ਰਾਜਨੀਤਿਕ ਸੰਘਰਸ਼ ਕਰੇ ਜਿਹੜੀ ਧਿਰ ਉਹ ਸਿਰਜੀਏ, ਤੇ ਨਾਲ ਸਮਾਜਿਕ ਧਿਰ ਸਿਰਜੀਏ ਜਿਹੜੀ ਉਹ ਸਮਾਜ 'ਚ ਆਧਾਰ ਬਣਾਵੇ। ਨਹੀਂ ਤਾਂ ਜੇ ਅਸੀਂ ਕਹਿ ਲਾਂਗੇ ਵੀ ਸਾਡਾ ਕਿਤੇ ਭਲਾ ਹੋ ਜਾਊਗਾ, ਕਿਉਂਕਿ ਤੁਸੀਂ ਦੇਖ ਲਓ ਚੀਫ ਮਿਨਿਸਟਰ ਸਾਹਿਬ ਦੀ ਔਕਾਤ ਵੀ ਦੇਖ ਲਓ, ਉਹਨਾਂ ਨੇ ਵਿਧਾਨ ਸਭਾ 'ਚ 3 ਬਿੱਲ ਪਾਸ ਕੀਤੇ, ਬਿੱਲ ਪਾਸ ਕਰਕੇ ਉੱਥੇ ਇੰਟਰੋਡਿਊਸ ਹੀ ਕੀਤੇ, ਪਾਸ ਤਾਂ ਹਜੇ ਕਰਕੇ, ਤੇ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ ਗਏ, ਸਮਾਂ ਮੰਗਿਆ, ਨਹੀਂ ਦਿੱਤਾ। ਔਰ ਸਮਾਂ ਮੰਗਿਆ ਵੀ ਇਹਨਾਂ ਨੂੰ ਪੜ੍ਹ ਤਾਂ ਲਓ, ਪੜ੍ਹਨ ਵਾਸਤੇ ਧਰਨਾ ਲਾਉਣਾ ਪਿਆ ਉਹਨਾਂ ਨੂੰ, ਜੰਤਰ ਮੰਤਰ 1.5 ਘੰਟੇ ਦਾ ਧਰਨਾ ਲਾ ਕੇ ਆਏ। ਸੋ ਸੀਐਮ ਦੀ ਔਕਾਤ ਕੀ ਰਹੇਗੀ ਪੰਜਾਬ ਦੇ? ਨਗਰਪਾਲਿਕਾ ਦੇ ਪ੍ਰਧਾਨ ਵਾਲੀ ਗਲੀਆਂ ਨਾਲੀਆਂ ਦੀ ਪੋਲਿਟਿਕਸ ਕਰ ਲਓ, ਸੀਐਮ ਕੋਲੇ ਕੋਈ ਪਾਵਰ ਹੀ ਨਹੀਂ ਆ। ਪਾਵਰ ਤਾਂ ਸਾਰੀ ਦਿੱਲੀ ਕੋਲੇ ਆ, ਤੇ ਉੱਥੇ ਯੂਪੀ ਬਿਹਾਰ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਫੈਸਲੇ ਲੈਂਦੇ ਆ। ਫਿਰ ਜੇ ਅਸੀਂ ਰਹਿਣਾ ਬਿਨਾਂ ਖੁਦ ਮੁਖਤਿਆਰ ਹੋਏ, ਬਿਨਾਂ ਆਪਦੀ ਆਜ਼ਾਦੀ ਤੋਂ, ਐਂ ਗੁਲਾਮ, ਜਿਨ੍ਹਾਂ ਨੂੰ ਲੱਗਦਾ ਨਾ ਵੀ ਸਭ ਕੁਝ ਠੀਕ ਤਾਂ ਹੈ ਯਾਰ, ਕੁਝ ਹੋਣਾ ਤਾਂ ਹੈ ਨਹੀਂ, ਸਭ ਕੁਝ ਠੀਕ ਤਾਂ ਨਹੀਂ ਆ, ਇਹ ਗੱਲ ਤਾਂ ਸਾਨੂੰ ਸਮਝਣੀ ਪਊਗੀ। ਸੋ ਅੱਜ ਦੀਪ ਸਿੱਧੂ ਤੇ ਬੜੇ ਵੀ ਤੂੰ ਬਾਈ ਅੱਗੇ ਲੱਗ, ਇਲੈਕਸ਼ਨ ਲੜਦੇ ਆ ਯਾਰ, ਕੀ ਕਰਾਂਗੇ ਇਲੈਕਸ਼ਨ ਲੜ ਕੇ? ਬਦਨਾਮ ਹੋ ਜਾਣਗੇ। ਲੋਕ ਚਾਹਣਗੇ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਬਦਲਾਅ ਲੈ ਕੇ ਆਓਗੇ, ਬਦਲਾਅ ਕੋਈ ਪਾਵਰ ਤਾਂ ਹੈ ਨਹੀਂ। ਪਾਵਰ ਤਾਂ ਸੀਐਮ ਦੀ ਮੈਂ ਤੁਹਾਨੂੰ ਦੱਸਿਆ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਆ। ਸੋ ਹੁਣ ਪੋਲੀਟੀਕਲ ਕਲਾਸ ਨੂੰ ਵੀ ਇਹੀ ਚਾਹੀਦਾ ਜਿਹੜੀ ਪੰਜਾਬ ਦੇ ਹਿੱਤਾਂ ਦੀ ਜੇ ਗੱਲ ਕਰਦੀ ਹੈ ਨਾ। ਅੱਜ ਆਏ ਸੀ ਢੀਂਡਸਾ ਸਾਹਿਬ, ਖਹਿਰਾ ਸਾਹਿਬ ਬੈਠੇ ਆ, ਪਰਖੀਏ ਇਹਨਾਂ ਨੂੰ ਕਹੀਏ ਆਓ ਸਾਡੇ ਨਾਲ ਬੈਠੋ ਮੋਰਚਿਆਂ 'ਚ, ਧਰਨਿਆਂ 'ਚ। ਹੁਣ ਤਾਂ ਸਟਰਗਲ ਆ, ਤੇ ਸਟਰਗਲ ਤੋਂ ਬਿਨਾਂ ਜੇ ਤੁਹਾਨੂੰ ਜਵਾਬ ਚਾਹੀਦਾ ਲੈਣੀ ਕਿਵੇਂ ਆ ਯਾਰ? ਸੋ ਐਂ ਤਾਂ ਨਹੀਂ ਗੱਲ ਬਣਨੀ, ਇਹ ਤਾਂ ਔਖ ਕੱਟਣੀ ਪਊਗੀ। ਜੇ 1-2 ਵਾਰੀ ਦੀ ਰੋਟੀ ਖਾਂਦੇ ਆ, ਹੋ ਸਕਦਾ 1 ਵਾਰੀ ਦੀ ਖਾਣੀ ਪੈ ਜੇ, ਹੋ ਸਕਦਾ ਯੂਰੀਆ ਨਾ ਭੇਜਣ ਤੇ ਸਾਨੂੰ ਬਿਨਾਂ ਯੂਰੀਆ ਤੋਂ ਫਸਲਾਂ ਬੀਜੀਆਂ ਪੈ ਜਾਣ, ਝਾੜ ਹੀ ਘਟੂ ਨਾ। ਬੰਦੇ ਦੇ ਢਿੱਡ ਭਰਨ ਵਾਸਤੇ ਅਨਾਜ ਤੇ ਪਾਣੀ, 2 ਹੀ ਚੀਜ਼ਾਂ ਚਾਹੀਦੀਆਂ, ਇਹਨਾਂ ਚੀਜ਼ਾਂ ਨਾਲ ਸਾਰਨਾ ਪਊਗਾ। ਜਦੋਂ ਤੱਕ ਸਾਡੇ ਬਜ਼ੁਰਗਾਂ ਨੇ ਬਹੁਤ ਸੰਘਰਸ਼ ਕਰਕੇ ਜ਼ਮੀਨਾਂ ਲਈਆਂ ਸੀ, ਸ਼ਹੀਦੀਆਂ ਦੇ ਕੇ, ਜੰਗਾਂ ਲੜ ਜ਼ਮੀਨਾਂ ਲਈਆਂ ਸੀ, ਤੇ ਅੱਜ ਉਹਨਾਂ ਜ਼ਮੀਨਾਂ ਨੂੰ ਜੇ ਅਸੀਂ ਬਚਾਉਣਾ, ਤੁਹਾਨੂੰ ਲੱਗਦਾ ਬਿਨਾਂ ਕੁਰਬਾਨੀਆਂ ਤੋਂ, ਬਿਨਾਂ ਔਖੇ ਹੋਏ ਜ਼ਮੀਨਾਂ ਬਚ ਜਾਣੀਆਂ? ਸੋ ਕਿਹੜੇ ਭੁਲੇਖਿਆਂ 'ਚ, ਕਿਹੜੇ ਭਰਮਾਂ 'ਚ ਬੈਠੇ ਆ ਅਸੀਂ? ਜਦੋਂ ਤੱਕ ਆਪਦੇ ਅੰਦਰ ਜਜ਼ਬਾ ਨਹੀਂ ਲੈ ਕੇ ਆਵਾਂਗੇ ਅਸੀਂ ਵੀ ਔਖਾ ਹੋਣਾ ਪਊ, ਲੜਨਾ ਪਊ, ਘਰਾਂ 'ਚ ਆ ਵੜੀ ਆ ਲੜਾਈ, ਔਰ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ, ਧਰਮੀ ਬੰਦੇ ਆਪਦਾ ਕੰਮ ਕਿਉਂ ਨਹੀਂ ਕਰ ਰਹੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਇਹ ਤਾਂ ਜ਼ੁਲਮੀ ਕੰਮ ਕਰ ਰਿਹਾ ਨਾ, ਪਰ ਅਸੀਂ ਪਹਿਰਾ ਦੇਣ ਵਾਲੇ ਪਹਿਰਾ ਦੇ ਰਹੇ ਹਾਂ। ਲੈ ਸਾਡੀ ਇਸ਼ਟ ਦੀ ਕੋਈ ਕਰ ਦੂ ਬੇਅਦਬੀ ਜੇ ਅਸੀਂ ਖੜੇ ਹੋ ਜਾਈਏ ਤਾਂ, ਜ਼ਰੂਰਤ ਆ ਕਿਸੇ ਦੀ, ਪਰ ਅਸੀਂ ਆਪਦਾ ਕੰਮ ਨਹੀਂ ਕਰ ਰਹੇ ਬਾਈ ਜੀ। ਗੱਲ ਇੱਥੇ ਆ ਕੇ ਅੜਦੀ ਆ। ਸੋ ਜਵਾਬ ਤਾਂ ਸਾਰਿਆਂ ਨੂੰ ਚਾਹੀਦੇ ਆ, ਪਰ ਅਸੀਂ ਆਉਣੇ ਵੀ ਮੋਰਚਿਆਂ 'ਚ 1.5-2 ਘੰਟੇ ਸੰਘਰਸ਼ ਕਰਨ ਆਉਣੇ ਆ।
बस उदों बाद घरे जाना हुंदा जी। काम आ, कामकार सारे आ, सारिਆਂ ਨੂੰ आ, पर जे पंजाब ही ना बचिया किहड़े कामकार असीं फिर गुलामी जिवें ਉਹ ਤਾਂ फिर चलाई ਜਾਂਦੇ आ। सो इस करके अज दा परपस जिहड़ा साडा मकसद ये आ भी पंजाब दी आज़ादी खुद मुख्तियारी इनू इस जिहड़े साडे नैरेटिव नू इस बिरतांत नू इस धरती च बोईए। हुण ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬੋ ਕੇ ਗਏ ਸੀ, ਅਸੀਂ ਤਾਂ ਡਰੇ ਬੈਠੇ ਆ। ਇਹ ਡਰ ਤਾਂ ਸਾਨੂੰ ਅੰਦਰੋਂ ਸਿੱਟਣਾ ਪਊਗਾ, ਕੱਢ ਕੇ ਔਖਾ ਹੋਣਾ ਪਊ। ਔਖੇ ਹੋਏ ਬਿਨਾਂ ਤਾਂ ਗੱਲ ਹੈ, ਤਾਂ ਸੰਘਰਸ਼ ਸ਼ੁਰੂ ਹੋਣਾ। ਹੁਣ ਤਾਂ ਦੇਖਦੇ ਆ ਕਿਹੜਾ ਖੜਦਾ, ਜਿਹੜਾ ਅਸਲ ਆ ਉਹੀ ਖੜੂ ਇਦੋਂ ਬਾਅਦ। ਕਿਉਂਕਿ ਆ ਕਿਸਾਨ ਜਥੇਬੰਦੀਆਂ ਲਿਆ ਪਰਤਿਆ ਲੈਨੇ ਆਪਾਂ ਇਹਨਾਂ ਨੂੰ ਵੀ 26-27 ਨੂੰ ਨਾਲ ਚੱਲਦੇ ਆ, ਦੇਖਦੇ ਆ ਕਿੱਥੋਂ ਤੱਕ ਨਿਭਦੇ ਆ ਇਹ ਪੰਜਾਬ ਨਾਲ। पर चाहिदा की आ, ये चाहिदा ये आ भी इन्हां ट्रेड यूनीयन वांगू ये हुण एक्ट ना करन। इन्हां दे मोढियां ते बहुत वड्डी जिम्मेदारी आ, कल्ली आर्थिक नहीं सभ्याचारक पंजाब दी होंद दी जिम्मेदारी आ। ते जे वेचणगे मैं वादा करदा तुहाडे नाल आपां बेनकाब करांगे इन्हां नूं। सानू बहुत वड्डी लड़ाई लड़नी पैनी है, जो साडे मोढियां ते जिम्मेदारी जिवें मैं कहा बहुत वड्डी आ इस टाइम। सो कामकार ठीक आ, मैं जिवें कहा भी सारिਆਂ ਨੂੰ सारे मैनू भी बड़े कामकार आ, पर छड्डने पैने आ पंजाब खातर। जे पंजाब दी धरती दे वफादार हो, पंजाब दे लोकां दे साडे सभ्याचार दे वफादार हो, साडे फलसफे दे वफादार हो, तां छड्डने पैने आ। फिर तो साडा तो गुरु ही ओह सी। क्यों याद आ रहा सी मैनू बैठे नू, क्यों मैं कहा असीं उस गुरु दे पुत्तर हाँ। क्यों एक मुसलमान कवि मन्निया परमन्निया ये गल कह रहा, हरचंद मेरे हाथ में परजोर कलम है, सतगुर के लिखूं वसब कहाँ ताबे रकम है। पंथ वसड़े वसे मैं उजड़ा मन चाओ कनेरा, तेरा तुझको सौंप के क्या लागे मेरा। सो बाई जी जदों तक साडे अंदर ਉਹ ਸਿਧਾਂਤ ਨਹੀਂ ਵਸਦਾ ਤੇ ਗੁਰੂ 'ਚ ਭਰੋਸਾ ਨਹੀਂ ਆਉਂਦਾ ਤੇ ਅਸੀਂ ਕਹੀਏ ਵੀ ਅਸੀਂ ਜੰਗਾਂ ਜਿੱਤ ਲਾਂਗੇ, ਅਸੀਂ ਸੰਘਰਸ਼ ਲੜੀ ਜਾਂਦੇ ਆ ਤੇ ਇੱਥੇ ਆ ਕੇ ਇਕੱਠੇ ਹੋ ਕੇ ਬਹਿ ਗਏ, ਇਹ ਨਹੀਂ ਹੋ ਸਕਦਾ। 18ਵੀਂ ਸਦੀ ਦਾ ਜ਼ਿਕਰ ਬਾਰ-ਬਾਰ ਇਸੇ ਕਰਕੇ ਕਰਦੇ ਆ, ਉਹ ਸਦੀ 'ਚ ਨੀਂਹ ਰੱਖੀ ਗਈ ਸੀ, ਸਾਨੂੰ ਰਾਜ ਉਹਨਾਂ ਸਿੰਘਾਂ ਨੇ ਦਿਵਾਇਆ ਸੀ ਤੇ ਉਹਨਾਂ ਦੇ ਬਾਰੇ ਤੁਸੀਂ ਪੜ੍ਹ ਕੇ ਦੇਖਿਓ, ਉਹਨਾਂ ਦਾ ਗੁਰੂ ਸਾਹਿਬ 'ਚ ਭਰੋਸਾ ਦੇਖਿਓ, ਕੱਲਾ ਭਰੋਸਾ ਹੀ ਜਿਤਾ ਜਾਂਦਾ ਸੀ। नहीं तो आ जिहड़ा इतिहास मिथ सिरजता ना, मिथ सिरजते उन्होंने शहादतां दे जित्तां दे, उस भरोसे तो बिना नहीं सिरजे जा सकते। सो मेरी बेनती ते अर्ज यही आ, बहुत मैं तो दिल दीयां गल्लां कीतियां, अज कोई नैरेटिव सैट नहीं करके आया सी। मैं बेनती यही आ भी असीं बड़ियां चकवीआं गल्लां ते खुश हो जाने आ, एंटरटेन हुन्ने आ, असीं एंटरटेन हुन्ने, मैं भी हुन्ना, पर एट द सेम टाइम सानू ये भी सोचना पऊगा हुण असीं किसे साडे नैरेटिव दी खुद मुख्तियार होण वास्ते जड़ लाउणी आ ते उहनूं पानी देना पऊगा। जे जड़ लगूगी तां ही उहनूं पानी देवांगे, उहदी राखी करांगे ते जिम्मेदारी ये तुहाडे ते आ, ये थोड़े मोढियां ते है इस गल की जिम्मेदारी। कल मैनू एक डिबेट च पुछया, कहना 36 साल पहला खुद मुख्तियारी की गल हुई सी ते अज तुसी कर रहे हो, वो काला दौर 36 साल पंजाब ने हंडाया। मैं क्या वो काला दौर नहीं सी, वो तो सुनहरी दौर सी। ਇਹਦਾ सो सरकारां ने उन्हां दौरां नूं, क्योंकि सरकार किसी होर ढंग नाल देखदी आ, किसी होर ढंग नाल सोचदी आ, पर साडी खातर जिन्हां नूं इस दिल्ली दे तख्त तो, इस गुलामी तो आज़ादी चाहीदी है और सानू विच रह के आज़ादी दिओ। असीं ये नहीं कह रहे चलो सानू वख कर दो, पर जे तुसीं नहीं हटदे फिर इत्थे बड़े वहण बहने आ हजे संघर्ष दे। ये असीं डर के जे कह तां दिन्ने आ भी शांतमई संघर्ष करना पऊगा, संघर्ष दे बड़े वहण बहने आ, ये भी गल मैं दसदा।
ਔਰ ਇਹਨਾਂ ਵਹਿਣਾਂ ਚੋਂ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਨਿਕਲ ਜਾਈਏ ਆਪਾਂ। ਸੋ ਜਿਹੜੇ ਸਾਡੇ ਸਿੰਘਾਂ ਨੇ ਉਸ ਵੇਲੇ ਹਥਿਆਰਬੰਦ ਸੰਘਰਸ਼ ਕੀਤਾ ਸੀ, ਉਹ ਵੀ ਸੰਘਰਸ਼ ਦਾ ਇੱਕ ਵਹਿਣ ਹੀ ਆ। ਹਰ ਸੰਘਰਸ਼ ਦਾ ਟੀਚਾ ਕੀ ਹੁੰਦਾ, ਮਕਸਦ ਕੀ ਹੁੰਦਾ, ਵੀ ਸਰਕਾਰ ਨੂੰ ਪੋਲੀਟੀਕਲ ਡਿਪਲੋਮੈਸੀ ਤੇ ਲੈ ਕੇ ਆਈਏ, ਟੇਬਲ ਟਾਕ ਤੇ ਲੈ ਕੇ ਆਈਏ। ਉੱਥੇ ਆ ਕੇ ਅਸੀਂ ਹਮੇਸ਼ਾ ਹੀ ਹਾਰਦੇ ਰਹੇ ਹਾਂ। ਅੱਜ ਵੀ ਉਹ ਬੰਦ ਕਮਰਿਆਂ 'ਚ ਫੈਸਲੇ ਕਰ ਜਾਂਦੇ ਆ। ਲੋਕ ਧਰਨਿਆਂ 'ਚ, ਮੋਰਚਿਆਂ 'ਚ ਬੈਠੇ ਆ, ਕਿਸਾਨ ਬੈਠੇ ਆ ਵਿਚਾਰੇ, ਪਰ ਸੀਐਮ ਨਾਲ ਮੀਟਿੰਗ ਕਰਕੇ ਬਸ ਡਰ ਗਏ। ਇੰਨੇ ਦਿਨਾਂ ਦਾ ਤੁਸੀਂ ਇੱਕ ਪ੍ਰੈਸ਼ਰ ਬਿਲਡ ਕੀਤਾ, ਇਸ ਤੋਂ ਬਾਅਦ ਪ੍ਰੈਸ਼ਰ ਰਹਿ ਕੀ ਗਿਆ? ਹੁਣ ਅਸੀਂ ਕਿਸੇ ਦੇ ਘਰੇ ਚੱਲੇ ਆ, ਤੁਸੀਂ ਵੇਖਿਓ ਪੈਂਤਰੇ ਕੀ ਹੁੰਦੇ ਆ 26-27 ਨੂੰ। ਅੱਬਲ ਤਾਂ ਮੈਨੂੰ ਪਤਾ ਨਹੀਂ ਵੀ ਇਹ ਬੜਕ ਉਦੋਂ ਤੱਕ ਉਹਨਾਂ ਦੀ ਜਾਰੀ ਰਹੂਗੀ ਕਿ ਨਹੀਂ ਰਹੂਗੀ, ਤੇ ਜੇ ਕਿਤੇ ਬੜਕ ਨਾ ਮਾਰੀ ਇਹਨਾਂ ਨੇ, ਉਹ ਤਾਂ ਚੜੇ ਬੈਠੇ ਆ, ਡਰਦਿਆਂ ਨੂੰ ਡਰਾਉਂਦੇ ਆ, ਅਸੀਂ ਡਰੀ ਜਾਂਦੇ ਆ। ਸੋ ਜੇ ਇਸ ਸੰਘਰਸ਼ ਨਾਲ ਵਫਾਦਾਰੀ ਨਿਭਾਉਣੀ ਆ, ਲੋਕਾਂ ਨਾਲ ਵਫਾਦਾਰੀ ਨਿਭਾਉਣੀ ਆ, ਫਿਰ ਤਾਂ ਹੱਲ ਪੱਕੇ ਤੌਰ ਤੇ ਸਾਡੇ ਕੀ ਹੋਣ, ਉੱਥੋਂ ਤੱਕ ਆਉਣਾ ਪਊਗਾ। ਤੇ ਜੇ ਬਰਗਾੜੀ ਵਾਂਗੂ, ਸਰਬੱਤ ਖਾਲਸਾ ਵਾਂਗੂ ਨਿਰਾਸ਼ਤਾ ਹੀ ਪੱਲੇ ਪੈਣੀ ਆ, ਫਿਰ ਲੀਡਰਾਂ ਨੂੰ ਫੜ ਲੈਂਦੇ ਆ ਅਸੀਂ, ਜਾਂ ਫਿਰ ਲੋਕਾਂ 'ਚ ਇਹ ਆ ਜਾਂਦਾ ਵੀ ਯਾਰ ਕੁਛ ਨਹੀਂ ਨਿਕਲਿਆ, ਕਿਉਂਕਿ ਸਾਨੂੰ ਪਤਾ ਹੀ ਨਹੀਂ। ਇਹਦਾ ਫੈਸਲੇ ਬੰਦ ਕਮਰਿਆਂ 'ਚ ਲੈ ਜਾਂਦੇ ਆ, ਨਿਕਲੂਗਾ ਕੀ? ਲੈ ਹੁਣ ਲੈ ਲਿਆ ਫੈਸਲਾ ਵੀ ਠਾ ਦਿਓ, ਟ੍ਰੇਨਾਂ ਚਲਾ ਦਿਓ, ਫਿਰ ਇਹ ਤੋਂ ਬਾਅਦ ਪ੍ਰੈਸ਼ਰ ਪੁਆਇੰਟ ਕੀ ਰਹਿ ਗਿਆ? 26-27, ਤੇ ਉਹ ਵੀ ਕਿਸੇ ਦੇ ਘਰੇ ਵੜਨਾ ਜਾ ਕੇ ਅਸੀਂ। ਔਰ ਸਾਡੇ ਕੋਲੇ ਹੈ ਕੀ? ਉਹਨਾਂ ਕੋਲੇ ਤਾਂ ਬਹੁਤ ਵੱਡੀ ਫੋਰਸ ਆ। ਲੋ ਇੱਥੋਂ CRP ਆ ਰਹੀ ਆ, ਅਸੀਂ ਕਿਸੇ ਨੂੰ ਰੋਕ ਸਕਦੇ ਹਾਂ? ਹਜੇ ਪੱਲੇ ਕੀ ਆ ਸਾਡੇ? ਤੇ ਜੇ ਅਸੀਂ ਆਪਦੇ ਘਰੇ ਕੋਈ ਪ੍ਰੈਸ਼ਰ ਬਿਲਡ ਕੀਤਾ ਹੋਇਆ, ਫਿਰ ਨੁਕਸਾਨ ਝੱਲਣੇ ਪੈਣਗੇ, ਔਖਾ ਹੋਣਾ ਪਊ। ਇਹੀ ਤਾਂ ਗੇਮ ਆ, ਹੂ ਬਲਿੰਕਸ ਫਸਟ। ਸੋ ਇਸ ਕਰਕੇ ਜਿੰਨੀਆਂ ਕੁ ਰੂਹਾਂ ਇੱਥੇ ਬੈਠੀਆਂ, ਜਿੰਨੀਆਂ ਕੁ ਰੂਹਾਂ ਮੇਰੀ ਗੱਲ ਸੁਣ ਰਹੀਆਂ, ਜੇ ਸਹਿਮਤ ਆ ਤਾਂ ਬੜੀ ਵੱਡੀ ਜ਼ਿੰਮੇਵਾਰੀ ਲਈ ਬੈਠੇ ਹਾਂ ਅਸੀਂ, ਔਰ ਨਿਭਾਉਣੀ ਵੀ ਪਊਗੀ। ਕਿਉਂ? ਇਹ ਨਾ ਸੋਚੋ ਵੀ ਇਸ ਸੰਘਰਸ਼ ਤੋਂ ਬਾਅਦ ਹੀ ਸਾਨੂੰ ਸਿੱਟੇ ਮਿਲ ਜਾਣਗੇ। ਇੱਕ ਲਹਿਰ ਆ ਪੰਜਾਬ ਕੋਲੇ, ਅਹਿਸਾਸ ਇਹ ਹੋ ਗਿਆ ਵੀ ਦਿੱਲੀ ਸਾਡੀ ਦੁਸ਼ਮਣ ਆ, ਸਾਰੇ ਪੰਜਾਬ ਨੂੰ ਅਹਿਸਾਸ ਹੋ ਗਿਆ, ਔਰ ਖੁਦ ਮੁਖਤਿਆਰ ਹੋਏ ਬਿਨਾਂ ਸਾਨੂੰ ਹੱਲ ਨਹੀਂ ਮਿਲਣੇ। ਔਰ ਅਗਲੀਆਂ ਲਹਿਰਾਂ ਨੇ, ਅਗਲੇ ਸੰਘਰਸ਼ਾਂ ਨੇ ਇਸ ਆਧਾਰ ਤੇ ਹੀ ਪੈਦਾ ਹੋਣਾ ਹੁੰਦਾ। ਪਰ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਅਸੀਂ ਐਡੇ ਜੋਗੇ ਹੈਗੇ ਆ, ਸੰਘਰਸ਼ ਵੀ ਪੈਦਾ ਕਰ ਲਈਏ ਤੇ ਲਹਿਰਾਂ ਪੈਦਾ ਹੋ ਜਾਣ? ਸੋ ਗੱਲ ਅਖੀਰਲੀ ਲੜਾਈ ਦੀ ਆ, ਆਖਰੀ ਪੜਾਅ 'ਚ ਆ ਸੀ। ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਡਿਸਾਈਡ ਤੁਸੀਂ ਕਰਨਾ। ਇਹ ਦੀਪ ਸਿੱਧੂ ਦਾ ਮੋਰਚਾ ਨਹੀਂ ਆ, ਮੇਰੀ ਕੋਈ ਅਗਵਾਈ ਨਹੀਂ ਆ। ਓਟ ਆਸਰਾ ਸ਼੍ਰੀ ਗੁਰੂ ਨਾਨਕ ਸਾਹਿਬ ਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਸਤਿ ਸ੍ਰੀ ਅਕਾਲ। ਅਗਵਾਈ ਅਕਾਲ ਪੁਰਖ ਵਾਹਿਗੁਰੂ ਦੀ ਆ, ਤੇ ਲੜਾਈ ਸਾਡੀ ਸਾਂਝੀ ਆ। ਫੈਸਲਾ ਤੁਸੀਂ ਕਰਨਾ, ਇਹ ਜ਼ਿੰਮੇਵਾਰੀ ਚੱਕੋਗੇ ਮੋਢਿਆਂ ਤੇ ਕਿ ਨਹੀਂ, ਕਿ ਡਰ ਨੂੰ ਆਪਦੇ ਅੰਦਰ ਪਾਲ ਕੇ ਰੱਖੋਗੇ ਹਜੇ? ਪੰਜਾਬ ਇਹ ਖਿੱਤਾ ਸਤਿ ਸ੍ਰੀ ਅਕਾਲ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਆ। ਸਾਡੀ ਅਧੀਨਗੀ ਸਾਡੇ ਅਕਾਲ ਤਖਤ ਸਾਹਿਬ ਨੂੰ ਆ, ਅਕਾਲ ਦਾ ਤਖਤ ਆ ਉਹ। ਅਸੀਂ ਖੁਦ ਮੁਖਤਿਆਰ ਹੋਏ ਬਿਨਾ ਕਿਸੇ ਦਿੱਲੀ ਵਾਲੇ ਤਖਤ ਦੀ ਅਧੀਨਗੀ ਨਹੀਂ ਮੰਨਦੇ। ਜੇ ਸਾਨੂੰ ਪਿਆਰ ਨਾਲ ਇਹ ਗੱਲ ਉਹਨਾਂ ਦੇ ਪੱਲੇ ਪੈਂਦੀ ਆ ਤਾਂ ਬਹੁਤ ਵਧੀਆ ਗੱਲ ਆ, ਅਦਰਵਾਈਜ਼ ਸੰਘਰਸ਼ੀਓ ਤੇ ਆ ਸਾਰੀਆਂ ਰੂਹਾਂ ਨੂੰ ਮੇਰੀ ਇੱਕ ਬੇਨਤੀ ਆ ਵੀ ਬੜੀ ਵੱਡੀ ਜ਼ਿੰਮੇਵਾਰੀ ਆ, ਨਿਭਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੇ ਸਦਾ ਜੋਗਾ ਸਿੰਘ ਕਹਿ ਰਹੇ ਆ ਵੀ ਸਾਰਿਆਂ ਦਾ ਧੰਨਵਾਦ ਕਰ ਦਿਓ। ਇਸ ਆਪਾਂ ਇਸ ਤੋਂ ਬਾਅਦ ਬੈਠ ਕੇ ਸੱਤ ਵਾਂਗੂ ਗੱਲਾਂ ਬਾਤਾਂ ਵਿਚਾਰਾਂ ਕਰ ਲੈਂਦੇ ਆ। ਪਰ ਆਏ ਆ ਧੰਨਵਾਦ ਇਸ ਕਰਕੇ ਵੀ ਤੁਸੀਂ ਉਸ
ਅਹਿਸਾਸ ਨੂੰ, ਇੱਕ ਸੈਂਸ ਆਫ ਬਿਲੋਂਗਿੰਗ ਆ, ਉਹਨੂੰ ਸਮਝ ਕੇ, ਉਸ ਜ਼ਿੰਮੇਵਾਰੀ ਨੂੰ ਸਮਝ ਕੇ ਇੱਥੇ ਆਏ, ਇਕੱਠੇ ਹੋਏ। ਸੋ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ, ਬੜਾ ਪਿਆਰ ਸਤਿਕਾਰ ਸਾਰਿਆਂ ਨੂੰ। ਖੁਸ਼ ਰਹੋ, ਆਬਾਦ ਰਹੋ, ਪਰ ਜਿਹੜੀ ਸੇਵਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਲਾਈ ਆ ਉਹ ਨਿਭਾਉਣੀ ਪਊਗੀ। ਸੋ ਇੱਕ ਜਕਾਰਾ ਲਾਉਣੇ ਆ ਇਕੱਠੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਜਣ ਵਾਲੇ ਨੂੰ ਚਾਹੀਦੀ ਹੁੰਦੀ ਆ ਤੇ ਸਮਾਨ। ਗਿੱਲ ਸਾਹਿਬ ਕਿੱਥੇ ਬੈਠੇ ਆ? ਸਰਦਾਰ ਅਮਰਦੀਪ ਸਿੰਘ ਗਿੱਲ ਆਏ ਹੋਏ ਆ, ਜੋਰਾ ਦੇ ਡਾਇਰੈਕਟਰ, ਜਿਹੜੇ ਕਲਮ ਦੇ ਧਨੀ। ਤੇ ਜੇ ਬੈਠੇ ਆ ਇੱਥੇ ਹੀ ਆਸ-ਪਾਸ ਤਾਂ ਪਲੀਜ਼ ਆ ਜਾਓ, ਆ ਜਾਓ ਇੱਥੇ, ਇੱਕ ਵਾਰੀ ਆਓ ਪਲੀਜ਼। ਤਾਂ ਇਹਨਾਂ ਦੀ ਕਲਮ ਨੇ ਉਹ ਕੁਛ ਡਾਇਲੋਗ ਲਿਖੇ, ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ। ਪਰ ਸਾਨੂੰ ਇਹ ਦੋਵੇਂ ਚਾਹੀਦੇ ਆ। ਇਹ ਜਿਵੇਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ, ਅਸੀਂ ਛੱਡਣੇ ਥੋੜ੍ਹੀ ਆ। ਸੋ ਅਗਲਾ ਇੱਕ ਹੋਰ ਸਹੀ ਸਰ, ਗੱਲ ਤਾਂ ਬੜੀ ਸੀਰੀਅਸ ਆ, ਪਰ ਆਪਣੇ ਜੋਰੇ ਤੋਂ ਬਿਨਾਂ ਗੱਲ ਨਹੀਂ ਹੋ ਸਕਦੀ। ਆ ਜਾਓ ਇੱਧਰ ਨੂੰ, ਆ ਜਾਓ ਕਿਰਾਂ। ਇਹ ਸੱਪ ਦੀ ਖੱਡ ਆ ਛੋਟਿਆ, ਇੱਥੇ ਸੱਪ ਹੀ ਵੜ ਸਕਦਾ ਤੇ ਸੱਪ ਹੀ ਨਿਕਲ ਸਕਦਾ। ਚੂਹੇ ਚਕਚੂੰਦਰਾਂ ਇਹਦੇ 'ਚ ਵੜ ਤਾਂ ਜਾਂਦੇ ਨੇ ਪਰ ਨਿਕਲ ਨਹੀਂ ਸਕਦੇ। ਸੋ ਆਓ ਮਾੜੀ ਜੀ ਫਤਿਹ ਹੀ ਬੁਲਾ ਜਾਓ ਜੀ। ਇਹ ਕਹਿੰਦੇ ਮੈਂ ਬੋਲਣਾ ਨਹੀਂ, ਪਰ ਗਿੱਲ ਸਾਹਿਬ ਬੜੀ ਦੂਰੋਂ, ਇਹ ਵੀ ਅੱਜ ਕੱਲ੍ਹ ਬੰਬੇ ਹੁੰਦੇ ਆ, ਪਰ ਉੱਥੇ ਅਸੀਂ ਲਗਾਤਾਰ ਆਪਦੇ ਟੱਚ 'ਚ ਰਹਿੰਦੇ ਆ। ਆਪਦੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਡਿਸਕਸ ਕਰਕੇ ਵੀ ਦੂਰ ਕਰੀਏ, ਤੇ ਇੱਕ ਸਹੀ ਸੇਧ ਸਾਡੀ ਕੀ ਹੋਣੀ ਚਾਹੀਦੀ ਆ ਉਹ ਵੀ ਗੱਲਬਾਤ, ਗਾਈਡੈਂਸ ਵੀ ਜਾਰੀ ਰਹਿੰਦੀ ਆ। ਸੋ ਬਹੁਤ ਪਿਆਰ ਸਤਿਕਾਰ ਤੁਹਾਨੂੰ ਹਮੇਸ਼ਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਲਮਾਂ ਜਾਂ ਇਹ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਹੁੰਦੀਆਂ ਨੇ ਲੋਕ ਸੰਘਰਸ਼ਾਂ ਤੋਂ। ਮੈਂ ਬੇਸ਼ੱਕ ਇੱਥੇ ਅੱਜ ਆਇਆ, ਪਰ ਉੱਦਾਂ ਮੈਂ ਇੱਥੇ ਹਾਜ਼ਰ ਹੀ ਰਹਿਣਾ। ਜੇ ਦੀਪ ਇੱਥੇ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।